लुधियाना खबरनामा देखने वाले सारे दर्शकों का स्वागत। मैं आराशदीप सुहान ते खबरां ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਪਾ ਲੈਂਦੇ ਹਾਂ ਮੁੱਖ ਸੁਰਖੀਆਂ ਤੇ। निजी हस्पताल ते अणगहली वरतन के इल्जाम, कोरोना पीड़ित महिला की इलाज दौरान हुई मौत, परिवार का दावा ऑक्सीजन की कमी के कारण गई महिला की जान। हस्पताल के बाहर परिवार के वल्लों हंगामा, पुलिस ने मामला किया दर्ज। मिनी लॉकडाउन तो परेशान होए शहर के दुकानदार, सरकार नूं दुकानदारां दी अपील, संपूर्ण लॉकडाउन लगाओ या फिर सारियां दुकानां नूं खोलण दी दिओ छूट। 3 मई तो 15 मई तक रहेगा सूबे विच लॉकडाउन, गैर जरूरी वस्तां दीयां दुकानां रहणगीआं बंद। सूबे विच कोरोना दे विगड़दे हालातां ते अकाली दल दी मंग, बंद पए हस्पतालां नूं वरतों विच लिआया जावे। कपूर हस्पताल दा भी कीता जिक्र, डीसी दफ्तर नूं सौंपिया मंग पत्र। खेतां नूं अग लगण नाल किसानां दा वड्डा आर्थिक नुकसान, पीड़ित किसानां नाल अकाली आगूआं ने कीती मुलाकात, संभव मदद करन दा दित्ता भरोसा, प्रशासन तो मुआवजे दी कीती मंग। रायकोट दे पिंड सुल्तान खान दे खेतां विच लगी सी अग। ਅਤੇ ट्रैक्टर ट्राली हेठां आउण दे नाल 2 लोकां दी मौत, शक्ति नगर नजदीक वापरिया हादसा, ट्रैक्टर ट्राली चालक मौके तो होया फरार, पुलिस दे वल्लों मामला दर्ज। हुण करदे हां खबरां दी शुरुआत। लुधियाना के एक निजी हस्पताल से कोरोना मामले के अणगहली वरतन के इल्जाम लगे ने। जानकारी के मुताबिक 60 साल की महिला जो कि कोरोना पीड़ित सी, उसका इलाज इत्थों के एक निजी हस्पताल के चल रहा सी। परिवारिक मैंबरों के मुताबिक महिला नूं साह लैण दे विच मुश्किलां पेश आ रही सी अते ऑक्सीजन सिलेंडर की मदद के नाल उसका इलाज किया जा रहा सी, पर अचानक उसकी तबीयत विगड़नी शुरू हो गई, जिससे परिवार ने हस्पताल स्टाफ नूं सूचित किया। महिला के बेटे का दोष है कि वार-वार हस्पताल स्टाफ नूं बुलाउण ते भी कोई भी मरीज नूं चैक करन दे लई नहीं पहुंचिया ते बाद दे विच महिला की मौत हो गई है। परिवार के वल्लों हस्पताल के बाहर हंगामा किया गया। उदे ही मौके पर मौजूद पुलिस मुलाजम का कहना है कि परिवार के बयानों के आधार पर मामला दर्ज किया गया है। जांच तो बाद जो भी दोषी पाया गया उसके खिलाफ मामला दर्ज करके कार्रवाई की जाएगी। ਸਾਨੂੰ 9:30 ਵਜੇ ਦੇ ਕਰੀਬ ਫੋਨ ਆਇਆ ਸੀਗਾ ਕਿ ਉਦੇਸ਼ ਵਰਮਾ ਨਾਮ ਦੇ ਲੇਡੀ 60 ਸਾਲ ਦੀ ਉਮਰ ਸੀ, ਜਿਨ੍ਹਾਂ ਦੀ ਉਹਨਾਂ ਦੀ ਇੱਥੇ ਅਰੋੜਾ ਨਿਊਰੋ ਸੈਂਟਰ 'ਚ ਡੈਥ ਹੋ ਗਈ। ਇਹ ਪੇਸ਼ੈਂਟ ਕੋਵਿਡ ਤੋਂ ਪੀੜਤ ਹੋਣ ਕਰਕੇ 2 ਦਿਨ ਤੋਂ ਦਾਖਲ ਸੀਗਾ ਇੱਥੇ, ਤੇ ਜਿਹੜੇ ਇਹਨਾਂ ਦੇ ਹੈਗੇ ਆਪਣੇ ਪੀੜਤ ਪਰਿਵਾਰ ਦੇ ਜਿਹੜੇ ਹੈਗੇ ਮੈਂਬਰ, ਉਹਨਾਂ ਨੂੰ ਇਹ ਸ਼ੱਕ ਜ਼ਾਹਿਰ ਹੈ ਕਿ ਇਹਨਾਂ ਦੀ ਅਣਗਹਿਲੀ ਦੇ ਨਾਲ ਜਾਂ ਆਕਸੀਜਨ ਦੀ ਕਮੀ ਦੇ ਨਾਲ ਇਹ ਮੌਤ ਹੋਈ ਹੈ। ਇਸ ਤਰ੍ਹਾਂ ਦੀ ਜੇ ਕੋਈ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਜਿਹੜੇ ਪੀੜਤ ਪਰਿਵਾਰ ਆ ਉਹਨਾਂ ਤੋਂ ਕੰਪਲੇਂਟ ਲੈ ਲਈ ਗਈ ਹੈ। ਜੋ ਇਹਦੀ ਇਨਕੁਆਇਰੀ 'ਚ ਆਉਂਦਾ ਵਾ, ਜੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਉਹ ਅੱਗੇ ਲਿਖ ਕੇ ਭੇਜਿਆ ਜਾਊਗਾ ਇਹਨਾਂ ਦੇ ਸੀਐਮ ਦਫ਼ਤਰ ਜਾਂ ਜੋ ਵੀ ਸੰਬੰਧਿਤ ਅਦਾਰੇ ਨੇ ਉਹਨਾਂ ਨੂੰ, ਤੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ। ਮੰਮਾ ਨੂੰ ਦਾਖਲ ਕਰਾਇਆ ਸੀ ਇੱਥੇ, ਬਿਲਕੁਲ ਤੁਰ ਕੇ ਆਏ ਸੀ, ਠੀਕ ਸੀ। ਉਹਨਾਂ ਦੀ ਜਿਹੜੀ ਸੀਟੀ ਸਕੈਨ 17.25 ਆਈ ਸੀ ਔਰ ਉਹਨਾਂ ਦਾ ਜੋ CRP ਸੀ ਉਹ 62 ਸੀਗਾ ਔਰ ਬਿਲਕੁਲ ਅੱਛੀ ਕੰਡੀਸ਼ਨ ਦੇ ਵਿੱਚ ਸੀ। ਜਿਹੜੀ ਉਹਨਾਂ ਦੀ ਆਕਸੀਜਨ ਲੈਵਲ ਸੀਗਾ, ਆਕਸੀਜਨ ਦੇ ਉੱਤੇ 92 ਪਲੱਸ ਚੱਲ ਰਿਹਾ ਸੀ, 95 ਤੱਕ ਚੱਲ ਰਿਹਾ ਸੀਗਾ, ਬਿਲਕੁਲ ਸਹੀ ਸੀਗਾ। ਇੱਥੇ ਮੇਨਟੇਨ ਕਰ ਰਹੇ ਸੀ, ਕਵਰ ਕਰ ਰਹੇ ਸੀ। ਲੇਕਿਨ ਇੱਕ ਦਿਨ ਮੈਂ 2 ਰਾਤਾਂ ਤੋਂ ਇੱਥੇ ਸੀਗਾ ਤੇ ਇੱਕ ਦਿਨ ਰਾਤ ਨੂੰ ਮੈਂ ਦੇਖਿਆ ਕਿ ਇਹਨਾਂ ਦੀ ਆਕਸੀਜਨ ਘਟ ਰਹੀ ਹੈ। ਜਦੋਂ ਆਕਸੀਜਨ ਲੈਵਲ ਮੈਂ ਹਮੇਸ਼ਾ ਮੇਰੀ ਜੇਬ 'ਚ ਹੁੰਦਾ, ਮੈਂ ਜਦੋਂ ਆਕਸੀਮੀਟਰ ਲਗਾਇਆ ਤਾਂ 56 ਆ ਰਹੀ ਸੀ। ਮੈਂ ਇੱਥੇ ਸਟਾਫ ਨੂੰ ਕਿਹਾ ਕਿ 56 ਆ ਰਹੀ ਹੈ, ਤੁਸੀਂ ਜਰਾ ਚੈੱਕ ਕਰੋ। ਲੇਕਿਨ ਕਹਿੰਦੇ ਕੋਈ ਗੱਲ ਨਹੀਂ, ਠੀਕ ਹੋ ਜਾਏਗੀ। ਮੈਂ ਦੁਬਾਰਾ ਜਾ ਕੇ ਚੈੱਕ ਕੀਤੀ, ਉਹ 46 ਰਹਿ ਗਈ। ਮੈਂ ਫੇਰ ਕਿਹਾ, ਮੈਂ ਕਿਹਾ ਦੇਖੋ ਚੈੱਕ ਕਰੋ 46 ਤੇ ਆ ਗਈ ਹੈ ਤੇ ਆਕਸੀਜਨ ਜਰਾ ਦੇਖੋ ਕਿੱਥੇ ਕਿਉਂ ਨਹੀਂ ਆ ਰਹੀ ਹੈ। ਇਹ ਫਿਰ ਮੈਂ ਦੇਖਿਆ ਦੁਬਾਰਾ, ਅੱਖਾਂ ਉਹਨਾਂ ਦੀ ਚੜ ਗਈਆਂ ਮੰਮਾ ਦੀਆਂ। ਮੈਂ ਕਿਹਾ ਫਿਰ ਉੱਚੀ ਸ਼ੋਰ ਪਾਇਆ ਤਾਂ ਫਿਰ ਇਹ ਆਏ ਭੱਜੇ, ਦੇਖਿਆ ਆਕਸੀਜਨ ਸਿਲੰਡਰ ਖੜਾ ਉੱਥੇ, ਲੇਕਿਨ ਆਕਸੀਜਨ ਪਹੁੰਚ ਨਹੀਂ ਰਹੀ ਹੈ ਉੱਥੇ ਤੇ ਮੰਮਾ ਦੇ ਕੋਲ। ਤੇ ਫਿਰ ਸ਼ੋਰ ਪਾਇਆ ਇਹਨਾਂ ਨੇ, ਕਾਲੀ ਵਾਲੀ ਸਾਰੇ ਆ ਗਏ ਤੇ ਦੂਜਾ ਨਾਲ ਦੇ ਪੇਸ਼ੈਂਟ ਦੀ ਆਕਸੀਜਨ ਕੱਢ ਕੇ ਮੰਮਾ ਨੂੰ ਲਗਾਈ ਤਾਂ ਥੋੜੇ ਬਚੇ ਉਹ। ਅਗਰ ਮੈਂ ਨਾ ਜਾਂਦਾ ਤਾਂ 1 ਮਿੰਟ 2 ਮਿੰਟ ਦੀ ਵੀ ਦੇਰੀ ਹੁੰਦੀ ਤਾਂ ਬਚ ਨਹੀਂ ਸੀ ਸਕਦੇ ਉਹ। ਠੀਕ ਹੈ, ਠੀਕ ਨੇ ਮੰਮਾ ਦੀ ਹੁਣ ਐਕਸਪਾਇਰੀ ਹੋ ਗਈ ਹੈ। ਉਸ ਤੋਂ ਇਹ ਅਣਗਹਿਲੀ ਕਰਕੇ ਹੀ ਇਹ ਮੰਮਾ ਦੀ ਐਕਸਪਾਇਰੀ ਹੋ ਗਈ। ਅਗਰ ਇਹ ਅਣਗਹਿਲੀ ਨਾ ਕਰਦੇ ਤਾਂ ਇਹ ਮੰਮਾ ਬਚ ਸਕਦੇ ਸੀਗੇ। ਉਦੋਂ ਸੂਬੇ ਭਰ ਦੇ ਵਿੱਚ ਲੱਗੇ ਮਿਨੀ ਲਾਕਡਾਊਨ ਤੋਂ ਹੁਣ ਸ਼ਹਿਰ ਦੇ ਦੁਕਾਨਦਾਰ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ। ਉਹਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਜਾਂ ਤਾਂ ਸੰਪੂਰਨ ਲਾਕਡਾਊਨ ਲਗਾਇਆ ਜਾਵੇ ਜਾਂ ਫਿਰ ਬਾਕੀ ਦੁਕਾਨਾਂ ਨੂੰ ਵੀ ਛੂਟ ਦਿੱਤੀ ਜਾਵੇ।
ਤੁਹਾਨੂੰ ਦੱਸ ਦਈਏ ਕਿ ਇਹ ਮਿਨੀ ਲੋਕਡਾਊਨ 3 ਮਈ ਤੋਂ 15 ਮਈ ਤੱਕ ਸਾਰੇ ਸੂਬੇ ਦੇ ਵਿੱਚ ਜਾਰੀ ਰਹੇਗਾ ਅਤੇ ਇਸ ਦੇ ਵਿੱਚ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਰੱਖੀਆਂ ਜਾਣਗੀਆਂ। ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਸ਼ਹਿਰ ਦੇ ਲੋਕਾਂ ਅਤੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਗਵਰਨਮੈਂਟ ਵੱਲੋਂ ਜਿਹੜੀਆਂ ਕੱਲ 2 ਮਈ ਨੂੰ ਨਵੀਆਂ ਇੰਸਟਰਕਸ਼ਨਸ ਜਾਰੀ ਹੋਈਆਂ, ਜਿਹਦੇ ਵਿੱਚ ਅੱਜ 3 ਮਈ ਤੋਂ ਲੈ ਕੇ 15 ਮਈ ਤੱਕ ਜਿਹੜਾ ਮਿਨੀ ਲੋਕਡਾਊਨ ਜਿਹੜਾ ਐਲਾਨ ਕੀਤਾ ਗਿਆ, ਜਿਹਦੇ ਵਿੱਚ ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਦੀਆਂ ਦੁਕਾਨਾਂ ਨੇ, ਜਿਨ੍ਹਾਂ ਵਿੱਚ ਕਰਿਆਨੇ ਦੀਆਂ ਦੁਕਾਨਾਂ, ਮਿਲਕ ਪ੍ਰੋਡਕਟ ਡੈਰੀ ਦੀਆਂ ਦੁਕਾਨਾਂ, ਮੀਟ ਦੀਆਂ ਦੁਕਾਨਾਂ ਜਾਂ ਮੋਬਾਈਲ ਜਿਹੜੀਆਂ ਰਿਪੇਅਰ ਸ਼ਾਪਸ ਹੈਗੀਆਂ, ਉਹ ਇਲੈਕਟ੍ਰੋਨਿਕਸ ਦਾ ਕੰਮ ਜਿਹੜਾ, ਤੇ ਉਹਦੇ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਬਹੁਤ ਜ਼ਿਆਦਾ ਵੱਧ ਰਹੀ ਹੈ, ਉਹਨੂੰ ਕੜੀ ਨੂੰ ਤੋੜਨ ਵਾਸਤੇ ਇਸ ਲੋਕਡਾਊਨ ਨੂੰ ਆਪਾਂ ਕਾਮਯਾਬ ਕਰੀਏ। ਸਰਕਾਰ ਨੇ ਦੇਖੋ ਜਿਹੜਾ ਨਵਾਂ ਦੁਬਾਰਾ ਗਾਈਡਲਾਈਨ ਜਾਰੀ ਕੀਤੀ ਹੈ ਕਿ ਮੋਬਾਈਲਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਤੇ ਬਾਕੀ ਬਾਜ਼ਾਰ ਬੰਦ, ਜਾਂ ਤਾਂ ਪੂਰਨ ਤੌਰ ਤੇ ਲੋਕਡਾਊਨ ਲਗਾ ਦਿਓ। ਤੁਸੀਂ ਦੇਖੋ ਇਹਨੂੰ ਲੋਕਡਾਊਨ ਥੋੜ੍ਹਾ ਕਿਹਾ ਜਾਂਦਾ ਵਾ, ਆਵਾਜਾਈ ਪੂਰਨ ਤੌਰ ਤੇ ਖੁੱਲ੍ਹੀ। ਇਸ ਤਰ੍ਹਾਂ ਤਾਂ ਕਰੋਨਾ ਦੀ ਚੈਨ ਨਹੀਂ ਟੁੱਟਣੀ ਵੀ ਮੋਬਾਈਲਾਂ ਦੀਆਂ ਆਪਾਂ ਦੁਕਾਨਾਂ ਖੋਲ੍ਹ ਦਈਏ, ਸ਼ਰਾਬ ਦੇ ਠੇਕੇ ਖੋਲ੍ਹ ਦਈਏ, ਬਾਕੀ ਕਰਿਆਨੇ ਦੀਆਂ ਦੁਕਾਨਾਂ ਖੋਲ੍ਹ ਦਈਏ। ਅਗਰ ਬਾਕੀ ਵਪਾਰ ਬੰਦ ਰਹੇਗਾ ਤੇ ਲੋਕਾਂ ਕੋਲ ਪੈਸੇ ਨਹੀਂ ਹੋਣਗੇ ਤਾਂ ਕਰਿਆਨਾ ਕਿੱਥੋਂ ਖਰੀਦਣਗੇ ਜਾਂ ਮੋਬਾਈਲ ਕਿੱਥੋਂ ਖਰੀਦਣਗੇ। ਸਰਕਾਰ ਨੇ ਕਿਹਾ ਮੋਬਾਈਲਾਂ ਦੀਆਂ ਜਿਹੜੀਆਂ ਰਿਪੇਅਰਿੰਗ ਵਾਲੀਆਂ ਦੁਕਾਨਾਂ ਉਹ ਖੋਲ੍ਹਣੀਆਂ, ਲੇਕਿਨ ਪੂਰਨ ਤੌਰ ਤੇ ਮੋਬਾਈਲਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਵਾ। ਜਾਂ ਤਾਂ ਪੂਰਨ ਤੌਰ ਤੇ ਲੋਕਡਾਊਨ ਲਗਾ ਦਿਓ, ਨਹੀਂ ਤਾਂ ਬਾਜ਼ਾਰ ਪੂਰਨ ਤੌਰ ਤੇ ਖੁਲਵਾ ਦਿਓ। ਬਾਕੀ ਬੰਦਿਆਂ ਨੂੰ ਕਿਉਂ ਭੁੱਖੇ ਮਾਰਿਆ ਜਾ ਰਿਹਾ। ਸ਼ਹਿਰ ਦੇ ਵਿੱਚ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਵੱਲੋਂ ਸੂਬਾ ਸਰਕਾਰ ਨੂੰ ਖਾਲੀ ਪਏ ਹਸਪਤਾਲਾਂ ਨੂੰ ਮੁੜ ਤੋਂ ਵਰਤੋਂ ਦੇ ਵਿੱਚ ਲਿਆਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਲਈ ਵਿਸ਼ੇਸ਼ ਤੌਰ ਤੇ ਡੀਸੀ ਲੁਧਿਆਣਾ ਦਫ਼ਤਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਉਪਰੰਤ ਅਕਾਲੀ ਦਲ ਆਗੂਆਂ ਨੇ ਕਿਹਾ ਕਿ ਦੇਸ਼ ਅੱਜ ਕਰੋਨਾ ਵਰਗੀ ਜਾਨਲੇਵਾ ਬਿਮਾਰੀ ਦੇ ਨਾਲ ਜੂਝ ਰਿਹਾ ਹੈ, ਉੱਥੇ ਹੀ ਲੋਕਾਂ ਨੂੰ ਸਿਹਤ ਸਹੂਲਤਾਂ ਲੈਣ ਦੇ ਲਈ ਹਰ ਰੋਜ਼ ਦੋ ਚਾਰ ਹੋਣਾ ਪੈ ਰਿਹਾ ਹੈ। ਇਸ ਦੇ ਲਈ ਸਰਕਾਰਾਂ ਨੂੰ ਠੋਸ ਕਦਮ ਚੁੱਕਦੇ ਹੋਏ ਬੰਦ ਪਏ ਹਸਪਤਾਲਾਂ ਨੂੰ ਖੋਲ੍ਹ ਕੇ ਮੁਸ਼ਕਿਲ ਦੇ ਸਮੇਂ ਦੇ ਵਿੱਚ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਅਸੀਂ ਡੀਸੀ ਸਾਹਿਬ ਨੂੰ ਦੱਸਣ ਵਾਸਤੇ ਆਏ ਵੀ ਤੁਸੀਂ ਉਦਯੋਗਪਤੀਆਂ ਨੂੰ ਬੇਨਤੀਆਂ ਨਾ ਕਰੋ। ਸਰਕਾਰ ਨੂੰ ਚਾਹੀਦਾ ਵੀ ਸਾਡੇ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਦੇ ਇੱਕ ਤਾਂ ਕਪੂਰ ਹਸਪਤਾਲ ਆ ਜਿਹੜਾ ਜਿਹ 'ਚ 185 ਬੈੱਡ ਲਾ ਕੇ ਚੱਲ ਸਕਦਾ, ਬਿਲਡਿੰਗ ਪਈ ਆ, ਔਰ 30 ਬੈੱਡ ਦੇ 4 ਹਸਪਤਾਲ ਜਿਹੜੇ ਸਾਡੀ ਸਰਕਾਰ ਨੇ ਬਣਾਏ ਸੀ। ਇੱਕ ਸੁਭਾਸ਼ ਨਗਰ ਆ, ਇੱਕ CMO ਦਫ਼ਤਰ ਦੇ ਵਿੱਚ ਆ, ਇੱਕ ਸਨੇਤ ਆ ਤੇ ਇੱਕ ਗਿਆਸਪੁਰੇ ਆ। ਉਹਨਾਂ 'ਤੇ 30 ਬੈੱਡ ਲੱਗ ਸਕਦੇ ਨੇ ਤੇ ਇਸ ਵੇਲੇ ਐਮਰਜੈਂਸੀ ਉਹਨਾਂ ਨੂੰ ਵਰਤਿਆ ਜਾ ਸਕਦਾ। ਵੈਸੇ ਤਾਂ ਉਹ ਹਸਪਤਾਲ ਬਣਾਏ ਵਰਤਣ ਵਾਸਤੇ ਸੀ। ਜੇ ਹਸਪਤਾਲ ਦਾ ਮਤਲਬ ਕੀ ਆ? ਜੇ ਸਰਕਾਰ 4.5 ਸਾਲ ਤੋਂ ਸਾਡੇ ਬਣੇ ਹੋਏ ਹਸਪਤਾਲ ਨਹੀਂ ਚਲਾ ਸਕੀ, ਆਪਾਂ ਕਿੰਨੀ ਕੁ ਇਹ ਸਰਕਾਰ ਦੇ ਉੱਤੇ ਫੇਥ ਕਰ ਸਕਦੇ ਹਾਂ, ਕਿੰਨਾ ਕਿ 'ਤੇ ਭਰੋਸਾ ਕਰ ਸਕਦੇ ਹਾਂ ਵੀ ਇਸ ਮਹਾਮਾਰੀ ਦੇ ਦੌਰਾਨ ਐਸੇ ਸਮੇਂ ਦੇ ਵਿੱਚ ਵੀ ਇਹ ਸਰਕਾਰ ਲੋਕਾਂ ਪ੍ਰਤੀ ਕਿੰਨੀ ਕੁ ਅਵੇਅਰ ਆ, ਲੋਕਾਂ ਦੇ ਉਹਦੀ ਜਾਨ ਮਾਲ ਨੂੰ ਬਚਾਉਣ ਵਾਸਤੇ ਸਰਕਾਰ ਨੇ ਕੀ ਕੀਤਾ। ਇਸ ਕਰਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ। ਉਹਨਾਂ ਨੇ ਕਿਉਂਕਿ ਡੀਸੀ ਸਾਹਿਬ ਹੈ ਨਹੀਂ, ਉਹਨਾਂ ਦੇ ਕੋਈ ਨੁਮਾਇੰਦੇ ਨੇ, ਉਹਨਾਂ ਨੇ ਲਿਆ। ਸੋ ਸਾਡੀ ਜਿਹੜੀ ਮੰਗ ਆ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਪੰਜਾਬ ਦੇ ਨਿਵਾਸੀ ਇਸ ਮਹਾਮਾਰੀ ਤੋਂ ਉਭਰਨ। ਅੱਜ ਅਸੀਂ ਸਾਡੇ ਜ਼ਿਲ੍ਹਾ ਅਕਾਲੀ ਜਥਾ ਲੁਧਿਆਣਾ ਸ਼ਹਿਰ ਦੇ ਪ੍ਰਧਾਨ ਸਾਹਿਬ ਸਰ ਰਣਜੀਤ ਸਿੰਘ ਢਿੱਲੋਂ ਜੀ ਦੀ ਅਗਵਾਈ ਦੇ ਵਿੱਚ ਡੀਸੀ ਸਾਹਿਬ ਨੂੰ ਮੈਮੋਰੈਂਡਮ ਦੇਣ ਲਈ ਆਏ ਸੀ। ਡੀਸੀ ਸਾਹਿਬ ਦੇ ਨੁਮਾਇੰਦੇ ਨੇ ਸਾਡੇ ਤੋਂ ਮੈਮੋਰੈਂਡਮ ਲਿਆ, ਜਿਹਦੇ 'ਚ ਅਸੀਂ ਮੰਗ ਕੀਤੀ ਹੈ ਕਿ ਜਿਹੜੀ ਸਰਕਾਰ ਹੈ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਚਾਹੇ ਉਹ ਪੰਜਾਬ ਦੀ ਸਰਕਾਰ ਆ, ਚਾਹੇ ਉਹ ਸੈਂਟਰ ਸਰਕਾਰ ਆ, ਇਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਜਿਸ ਤਰ੍ਹਾਂ ਕਿ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕਪੂਰ ਹਸਪਤਾਲ ਜਿਹੜਾ ਸ਼ਹਿਰ ਦੇ ਇੱਕ ਅੰਦਰੂਨੀ ਇਲਾਕੇ ਦੇ ਵਿੱਚ ਹੈਗਾ, ਜਿਸ 'ਚ 185 ਬੈੱਡ ਲਾ ਕੇ ਉੱਥੇ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ, ਜਿਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ, ਪਰ ਸਰਕਾਰ ਕੋਈ ਵੀ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਤੋਂ ਨਿਭਾ ਨਹੀਂ ਰਹੀ, ਬਲਕਿ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ। ਲੁਧਿਆਣਾ ਦੇ ਸ਼ਕਤੀ ਨਗਰ ਵਿਖੇ ਵਾਪਰੇ ਸੜਕ ਹਾਦਸੇ ਦੇ ਵਿੱਚ 2 ਲੋਕਾਂ ਦੀ ਜਾਨ ਚਲੀ ਗਈ ਹੈ। ਰੇਤ ਦੇ ਨਾਲ ਭਰੀ ਟਰਾਲੀ ਹੇਠਾਂ ਆਉਣ ਦੇ ਨਾਲ ਕੰਮ ਤੇ ਜਾ ਰਹੇ 2 ਮਜ਼ਦੂਰਾਂ ਨੇ ਮੌਕੇ ਤੇ ਦਮ ਤੋੜ ਦਿੱਤਾ। ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ, ਜਦਕਿ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਜਿਹੜੇ ਡੈਥ ਹੋਇਆ ਇਹ ਸੁਰਿੰਦਰਪਾਲ ਤੇ ਮਦਨ ਲਾਲ, ਉਹਦੇ ਵਾਰਸ ਆ ਗਏ ਆ। ਉਹਨਾਂ ਦੇ ਵਾਰਸਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਅਮਲ ਚ ਲੈਂਦੀ ਜਾ ਰਹੀ ਹੈ। ਤੇ ਸਰ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਸਰ? ਇਹ ਦੱਸਣ ਮੁਤਾਬਕ ਟਰੈਕਟਰ ਟਰੈਲੀ ਨਾਲ ਹੋਇਆ। ਔਰ ਜਿਹੜਾ ਡਰਾਈਵਰ ਉਹਨਾਂ ਦਾ ਕੋਈ ਉਹਨੂੰ ਫੜਿਆ ਗਿਆ ਜਾਂ ਕਿੱਦਾਂ ਫਰਾਰ ਆ? ਨਹੀਂ, ਹਾਲੇ ਉਹਦੇ ਬਾਰੇ ਕੋਈ ਪੂਰੀ ਪੁਖਤਾ ਜਾਣਕਾਰੀ ਨਹੀਂ ਹੈ। ਹਾਂਜੀ, ਲੇਕਿਨ ਟਰੈਕਟਰ ਬਾਰੇ ਯੂ ਪਤਾ ਵੀ ਲੱਗਾ ਵੀ ਉਹ ਕਿਤੇ ਖੜਾ ਆ। ਅੱਛਾ ਜੀ। ਛੱਡ ਕੇ ਭੱਜ ਗਿਆ ਡਰਾਈਵਰ।
ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਪਾਸੋਂ 2 ਚੋਰੀ ਕੀਤੀਆਂ ਐਕਟਿਵਾ ਬਰਾਮਦ ਕੀਤੀਆਂ ਗਈਆਂ ਨੇ। ਦੱਸਿਆ ਜਾਂਦਾ ਹੈ ਕਿ ਇਹ ਮੁਲਜ਼ਮ ਢੋਲੇਵਾਲ ਚੌਂਕ ਦਾ ਰਹਿਣ ਵਾਲਾ ਹੈ ਅਤੇ ਚੋਰੀ ਕਰਕੇ ਵਾਹਨਾਂ ਨੂੰ ਅੱਗੇ ਮਹਿੰਗੇ ਭਾਅ ਦੇ ਵਿੱਚ ਵੇਚ ਦਿੰਦਾ ਸੀ। ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਵਾਸਤੇ ਅਸੀਂ ਇੱਕ ਚੌਕੀ ਮਿਦਲਗੰਜ ਦੇ ਵਿੱਚ ਅਸੀਂ ਇੱਕ ਚੋਰ ਨੂੰ ਅਰੈਸਟ ਕੀਤਾ ਵਾ, ਜਿਹਦੇ ਕੋਲ 2 ਐਕਟਿਵਾ ਬਰਾਮਦ ਕੀਤੀਆਂ ਗਈਆਂ ਨੇ, ਪਰ ਇਹ 'ਤੇ ਪਹਿਲਾਂ ਵੀ ਮੁਕੱਦਮੇ ਚੋਰੀ ਦੇ ਦਰਜ ਨੇ। ਠੀਕ ਹੈ, ਬਾਕੀ ਅਸੀਂ ਤਫਤੀਸ਼ ਜਾਰੀ ਹੈ, ਇਹ ਤੋਂ ਹੋਰ ਕੋਈ ਖੁਲਾਸੇ ਹੋਣ ਦੀ ਅਹਿਮ ਉਮੀਦ ਹੈਗੀ। ਕੀ ਨਾਮ ਕੀ ਇਹਦਾ ਨਾਮ ਹੈਗਾ ਜੀ ਸ਼ੈਲਿੰਦਰ ਸਿੰਘ। ਕਿੱਥੋਂ ਅਰੈਸਟ ਕੀਤਾ ਜੀ ਇਹਨੂੰ ਅਸੀਂ ਕੀਤਾ ਜੀ ਇੱਥੇ ਢੋਲੇਵਾਲ ਕੋਲੋਂ। ਤਾਜ਼ਾ ਮਾਮਲਾ ਲੁਧਿਆਣਾ ਦੇ ਦਰਿਸ਼ਤੀ ਥਾਣੇ ਦੇ ਅਧੀਨ ਪੈਂਦੇ ਬ੍ਰਹਮਪੁਰੀ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ 2 ਧਿਰਾਂ ਨੇ ਇੱਕ ਦੂਜੇ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ। ਇੱਕ ਧਿਰ ਦਾ ਇਲਜ਼ਾਮ ਹੈ ਕਿ ਦੂਜੀ ਧਿਰ ਦੇ ਕੁਝ ਲੋਕਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਕੁੱਟਮਾਰ ਵੀ ਕੀਤੀ ਹੈ। ਉੱਥੇ ਹੀ ਦੂਜੀ ਧਿਰ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਧਰ ਪੁਲਿਸ ਦੇ ਵੱਲੋਂ ਜਾਂਚ ਕਰਨ ਦੀ ਗੱਲ ਆਖੀ ਗਈ ਹੈ। ਸਾਡੇ ਮਹੱਲੇ 'ਚ ਕੁਝ ਗਲਤ ਕੰਮ ਹੁੰਦੇ ਆ ਜਿਹਨੂੰ ਅਸੀਂ ਰੋਕਦੇ ਹਾਂ, ਸਾਰੇ ਮਹੱਲੇ ਵਾਲੇ ਰੋਕਦੇ ਆ ਕਿ ਇੱਥੇ ਗਲਤ ਕੰਮ ਨਾ ਆਉਣ, ਬਾਹਰੋਂ ਗਲਤ ਬੰਦੇ ਨਾ ਆਉਣ। ਸਾਡੇ ਰੋਕਣ ਦੇ ਉੱਤੇ ਰਾਤ ਇਹਨਾਂ ਨੇ ਸਾਡੇ ਉੱਤੇ ਇੱਥੋਂ ਹਮਲਾ ਕੀਤਾ, ਖਾਲੀ ਬੋਤਲਾਂ ਮਾਰੀਆਂ, ਜਿਹਦੇ ਥੱਲੇ ਕੱਚ ਖਿਲਰਿਆ ਪਿਆ। ਇਹਨਾਂ ਦੇ ਪਿੱਛੇ ਪਤਾ ਨਹੀਂ ਕਿਹੜੀ ਤਾਕਤ ਆ ਜਾਂ ਕਿਹੜਾ ਲੀਡਰ ਆ ਜਾਂ ਕਿਹੜਾ ਅਫਸਰ ਆ, ਸਾਨੂੰ ਇਹਦੇ ਬਾਰੇ ਕੋਈ ਨਹੀਂ ਪਤਾ। ਅਸੀਂ ਹੰਬਲੀ ਰਿਕੁਐਸਟ ਕਰਦੇ ਹਾਂ ਪ੍ਰਸ਼ਾਸਨ ਅੱਗੇ, ਇਸ ਕੰਮ ਨੂੰ ਬੰਦ ਕਰਾਇਆ ਜਾਵੇ। ਇਹ ਜੋ ਗਲਤ ਧੰਦਾ ਚੱਲ ਰਿਹਾ ਇਹਨੂੰ ਬੰਦ ਕਰਾਇਆ ਜਾਵੇ, ਕਿਉਂਕਿ ਇਹ ਮਹੱਲੇ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਦਾ ਮਸਲਾ ਵਾ। ਰਾਤੀ ਪੱਪੂ ਧੀਰ ਉੱਤੇ ਉਹਦੇ ਮੁੰਡੇ ਕਾਕਾ ਤੇ ਨਿੱਕੂ ਧੀਰ, ਇਹਨਾਂ ਨੇ ਪਹਿਲੋਂ ਆ ਕੇ ਸ਼ਰਾਬ ਪੀ ਕੇ ਗਲੀ ਦੇ ਵਿੱਚ ਪਹਿਲੋਂ ਕਿਸੇ ਨਾਲ 2-3 ਘਰਾਂ ਨਾਲ ਝਗੜਾ ਕੀਤਾ, ਉਹਨਾਂ ਦੇ ਘਰ ਇੱਟਾਂ ਮਾਰੀਆਂ, ਮੁੜ ਕੇ ਆ ਕੇ ਸਾਡੇ ਘਰ ਇੱਟਾਂ ਮਾਰੀਆਂ, ਕੱਚ ਦੀਆਂ ਸ਼ਰਾਬ ਦੀਆਂ ਪੀ ਕੇ ਬੋਤਲਾਂ ਮਾਰਦਾ ਵਾ। ਸਾਡਾ ਲੰਘਣਾ ਇਹਨਾਂ ਨੇ ਮਹੱਲੇ 'ਚ ਔਖਾ ਕੀਤਾ ਆ, ਬਕਵਾਸ ਕਰਦਾ, ਮੇਰੀ ਧੀ ਭੈਣ ਬਾਰੇ ਮੈਨੂੰ ਇੰਨਾ ਗੰਦ ਬਕਦਾ ਵਾ, ਸਾਨੂੰ ਲੰਘਣਾ ਇੱਥੋਂ ਔਖਾ ਕਰਤਾ ਇਹਨੇ। ਤੇ ਰਾਤੀ ਇਹਨੇ ਸਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਮੇਰੇ ਪਾਪਾ ਬਾਹਰ ਗਏ ਆ, ਉਹਨਾਂ ਨੇ ਪਾਪਾ ਦੇ ਮੇਰੇ ਨੂੰ ਕੁੱਟਿਆ, ਦੋਨਾਂ ਨੇ ਮੁੰਡਿਆਂ ਨੇ ਮਿਲ ਕੇ ਉਹਨਾਂ ਦੇ ਅੰਦਰੂਨੀ ਸੱਟਾਂ ਮਾਰੀਆਂ ਵਾ। ਤੇ ਸਾਨੂੰ ਇੱਥੋਂ ਜਾਨੋਂ ਦਾ ਮਾਰਨ ਦਾ ਹੈਗਾ ਵਾ ਡਰ, ਧਮਕੀ ਦਿੰਦਾ ਵਾ ਕਿ ਜਾਨੋਂ ਤੁਹਾਨੂੰ ਮਾਰ ਦਾਂਗੇ। ਰਾਤੀ ਇਹਨੇ ਹਵਾਈ ਫਾਇਰ ਵੀ ਕੀਤਾ ਵਾ। ਪੁਲਿਸ ਨੂੰ ਅਸੀਂ ਕੰਪਲੇਂਟ ਲਿਖਾਈ ਆ, ਪੁਲਿਸ ਕੁਛ ਨਹੀਂ ਸਾਡਾ ਸੁਣਦੀ ਪਈ। ਰਾਤੀ ਕਿਹਾ ਵਾ ਕਿ ਉਹਨਾਂ ਨੂੰ ਕਿ ਤੁਸੀਂ ਇਹਦਾ ਰਾਤੀ ਕਿਹਾ ਇਹਨਾਂ ਦਾ ਮੈਡੀਕਲ ਕਰਾ ਲਓ ਕਿ ਭਈ ਇਹਨਾਂ ਨੇ ਸ਼ਰਾਬ ਪੀਤੀ ਹੈ, ਕੁਆਂਟੀਟੀ ਚੈੱਕ ਕਰ ਲਓ ਕਿੰਨੀ ਸ਼ਰਾਬ ਪੀਤੀ ਹੈ, ਤੇ ਇਹਨਾਂ ਦੇ ਜਿਹੜੇ ਗਨ ਜਿੱਥੋਂ ਫਾਇਰ ਕੀਤਾ ਵਾ ਉੱਥੋਂ ਚੈੱਕ ਕਰਾ ਲਓ ਕਿ ਫਾਇਰ ਹੋਇਆ ਕਿ ਨਹੀਂ ਹੋਇਆ ਔਨ ਦੇ ਮੌਕੇ ਦੇ ਉੱਤੇ। ਤੇ ਪੁਲਿਸ ਵਾਲਿਆਂ ਨੇ ਕੁਝ ਕਾਰਵਾਈ ਨਹੀਂ ਕੀਤੀ। ਰਾਏਕੋਟ ਦੇ ਪਿੰਡ ਸੁਲਤਾਨ ਖਾਨ ਵਿਖੇ ਖੇਤਾਂ ਦੇ ਵਿੱਚ ਲੱਗੀ ਅੱਗ ਦੇ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦਾ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਪੀੜਿਤ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਉੱਥੇ ਹੀ ਉਹਨਾਂ ਨੇ ਐਸਡੀਐਮ ਰਾਏਕੋਟ ਨੂੰ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਸੂਬੇ ਦੀ ਕਿਸਾਨੀ ਨੂੰ ਅਜਿਹੀਆਂ ਆਫਤਾਂ ਵੱਡੀ ਮਾਰ ਮਾਰ ਰਹੀਆਂ ਨੇ, ਪਰੰਤੂ ਪੰਜਾਬ ਦੀ ਸਰਕਾਰ ਇਹਨਾਂ ਕਿਸਾਨਾਂ ਨੂੰ ਮੁਸੀਬਤ ਵੇਲੇ ਕੋਈ ਸਹਾਇਤਾ ਪ੍ਰਦਾਨ ਨਹੀਂ ਕਰ ਰਹੀ। ਉਹਨਾਂ ਮੰਗ ਕੀਤੀ ਹੈ ਕਿ ਰਾਏਕੋਟ ਪ੍ਰਸ਼ਾਸਨ ਦੇ ਵੱਲੋਂ ਜਲਦ ਤੋਂ ਜਲਦ ਇਸ ਨੁਕਸਾਨ ਦੀ ਗਿਰਦਾਵਰੀ ਕਰਾ ਕੇ ਪੀੜਿਤ ਕਿਸਾਨਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ। ਐਕਸੀਡੈਂਟ ਹੋਇਆ, ਬਹੁਤ ਮਾੜੀ ਘਟਨਾ ਹੋਈ ਆ ਸੁਲਤਾਨ ਖਾਂ ਤੇ ਮੁਹੰਮਦਪੁਰਾ ਦੇ ਪਿੰਡਾਂ ਦੇ ਵਿਚਕਾਰ। ਕਲਸੀਆਂ ਦੇ 3 ਪਿੰਡਾਂ ਦੀ ਜਿਹੜੀ ਜ਼ਮੀਨ ਸੀਗੀ, ਤਕਰੀਬਨ 60 ਕਿੱਲੇ ਜ਼ਮੀਨ ਜਿਹੜੀ ਆਉਂਦੀ ਸੀ, ਇਹਦੇ ਵਿੱਚ ਨੁਕਸਾਨ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਸਾਡੇ ਇਹ ਖੜੇ ਨੇ ਠੇਕੇਦਾਰ ਸਾਹਿਬ ਗੁਰਦਾਸ ਸਿੰਘ ਜੀ, ਇਹ ਠੇਕੇ ਦੇ ਇੱਥੇ ਇਹਨਾਂ ਨੇ ਜ਼ਮੀਨ ਲਈ ਹੋਈ ਸੀ, ਇਹਨਾਂ ਦੀ ਜ਼ਮੀਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਤਕਰੀਬਨ 10 ਤੋਂ 12 ਲੱਖ ਰੁਪਏ ਦਾ ਤਕਰੀਬਨ ਨੁਕਸਾਨ ਹੋਇਆ। ਮੈਂ ਐਸਡੀਐਮ ਸਾਹਿਬ ਨੂੰ ਰਿਕੁਐਸਟ ਕਰੀ ਆ ਕਿ ਇਹਦੀ ਭਰਵਾਈ ਕੀਤੀ ਜਾਵੇ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਹੈਗਾ ਜਲਦੀ ਤਹਿਸੀਲਦਾਰ ਦੀ ਤੇ ਉਹਦੀ ਪਟਵਾਰੀ ਦੀ ਡਿਊਟੀ ਲਗਾ ਕੇ ਇਹਦੀਆਂ ਗਦਾਵਰੀਆਂ ਜਿਹੜੀਆਂ ਕਰਵਾਈਆਂ ਜਾਣਗੀਆਂ। ਤੇ ਨਾਲ ਹੀ ਇੱਕ ਦੇ ਨਾਲ ਦੁੱਖ ਦੀ ਗੱਲ ਜਿਹੜੀ ਇਹਨਾਂ ਨੇ ਦੱਸੀ ਆ ਸਾਡੇ ਕਿਸਾਨ ਵੀਰਾਂ ਨੇ, ਉਹ ਇਹ ਆ ਕਿ ਇੱਥੇ ਜਿਹੜੀ ਇਹਨਾਂ ਨੇ ਕਾਂਗਰਸ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਫਾਇਰ ਬ੍ਰਿਗੇਡ ਦਿੱਤੀ ਆ। ਇਹ ਪਿੰਡਾਂ ਵਾਲਿਆਂ ਨੇ, ਨਗਰ ਵਾਲਿਆਂ ਨੇ ਆਪ ਇਕੱਠੇ ਹੋ ਕੇ ਸਾਰੇ 3 ਨਗਰਾਂ ਦੇ ਜਿਹੜੇ ਨਿਵਾਸੀ ਸੀਗੇ ਸਾਰੇ ਨੇ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਪਾਣੀ ਦਾ ਇੰਤਜ਼ਾਮ ਕਰਕੇ ਅੱਗ ਬੁਝਾਈ ਆ। ਸਰਕਾਰ ਵੱਲੋਂ ਕੋਈ ਵੀ ਇਹੋ ਜਿਹਾ ਸਾਧਨ ਨਹੀਂ ਦਿੱਤਾ ਗਿਆ ਜਿਹਦੇ ਨਾਲ ਅੱਗ ਉੱਤੇ ਕਾਬੂ ਪਾਇਆ ਜਾ ਸਕਦਾ ਸੀ। ਬਾਕੀ ਜਿਹੜਾ ਸਾਡਾ ਨੁਕਸਾਨ ਹੋਇਆ 60 ਏਕੜ ਦਾ, ਤੂੜੀ ਬਣਾਈ ਸੀ 65 ਟਰਾਲੀਆਂ, ਬਾਕੀ ਦਾ ਨਾੜ ਮੱਚ ਗਿਆ, ਇੱਕ ਟਰਾਲੀ ਮੱਚ ਗਈ, ਇੱਕ ਬੰਦੇ ਨੂੰ ਸੇਕ ਲੱਗ ਗਿਆ। ਕੌਣ ਸੀ ਬੰਦਾ ਭਈਆ ਸੀ ਜੀ, ਉਹ ਕੰਮ ਵਾਲਾ ਲੇਬਰ ਵਾਲਾ ਭਈਆ ਸੀ, ਉਹਨੂੰ ਸੇਕ ਲੱਗ ਗਿਆ। ਇੱਥੇ 4 ਪਿੰਡਾਂ ਦੇ ਟਰੈਕਟਰ ਆਏ, ਉਹਨਾਂ ਨੇ ਬੁਝਾਈ, ਸ਼ਹਿਰ ਵਾਲੇ ਨਹੀਂ ਆਏ ਇੱਥੇ। ਤੁਸੀਂ ਸ਼ਹਿਰ 'ਚ ਜਿਹੜੀ ਫਾਇਰ ਬ੍ਰਿਗੇਡ ਨੂੰ ਕੀਤਾ ਸੀ ਫੋਨ? ਹਾਂਜੀ ਹਾਂ, ਅਸੀਂ ਗਿਆਨੀ ਚੌਧਰੀ ਨੂੰ ਫੋਨ ਕੀਤਾ ਮੌਕੇ ਤੇ। ਹਾਂ, ਸਾਡੇ ਉੱਥੇ ਗਿਆਨੀ ਚੌਧਰੀ ਆ, ਸਾਡੇ ਵਾਰਡ ਦਾ ਐਮਸੀ ਆ 7 ਨੰਬਰ ਦਾ, ਉਹਨੂੰ ਫੋਨ ਕੀਤਾ ਵੀ ਫਾਇਰ ਬ੍ਰਿਗੇਡ ਘੱਲ। ਉਹ ਕਹਿੰਦਾ ਮੈਂ ਦਰਸ਼ੀ ਨਾਲ ਗੱਲ ਕਰਕੇ ਤੈਨੂੰ ਦੱਸਦਾ ਵਾਂ। ਉਹਨੇ ਮੈਨੂੰ ਕੁਝ ਨਹੀਂ ਦੱਸਿਆ। ਜਗਰਾਉਂ ਤੋਂ ਫਾਇਰ ਬ੍ਰਿਗੇਡ ਆਈ, ਉਹਨੇ ਅੱਗ ਮਾਰੀ,
ਉਹਦੇ ਵਿੱਚ 10,000 ਲੀਟਰ ਪਾਣੀ ਕਹਿੰਦੇ ਆ 5 ਸੀਗਾ ਮਾੜਾ ਜਿਹਾ ਪਾ ਕੇ ਉਹ ਦੁਬਾਰੇ ਕਹਿੰਦਾ ਮੈਂ ਵਾਪਸ ਆਉਣਾ, ਮੁੜ ਕੇ ਨਹੀਂ ਆਇਆ, ਭੱਜ ਗਿਆ। ਅਸੀਂ ਆਪਦੇ ਸਾਧਨ ਨਾਲ ਭਜਾਈ ਆ। ਉਧਰ ਰਾਏਕੋਟ ਵਿਖੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੇ ਵਿੱਚ ਸਮਾਗਮ ਦੇ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰਮਾਣਾ ਦੇ ਵੱਲੋਂ ਨਿਯੁਕਤ ਕੀਤੇ ਗਏ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਯੂਥ ਵਿੰਗ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਸਰਕਲ ਸੁਧਾਰ ਦੇ ਪ੍ਰਧਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਨਵ ਨਿਯੁਕਤ ਪ੍ਰਧਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਉਹਨਾਂ ਨੇ ਉਮੀਦ ਜਤਾਈ ਹੈ ਕਿ ਇਹ ਸਾਰੇ ਹੀ ਆਗੂ ਪਾਰਟੀ ਦੀ ਬਿਹਤਰੀ ਦੇ ਲਈ ਕੰਮ ਕਰਨਗੇ ਅਤੇ 2022 ਦੀਆਂ ਚੋਣਾਂ ਦੇ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਮੇਰਾ ਨਾਮ ਗੁਰਦੀਪ ਸਿੰਘ ਢਾਲੀਵਾਲ ਜੀ, ਮੈਂ ਆਂਡੂ ਸਰਕਲ ਦਾ ਪ੍ਰਧਾਨ ਬਣਿਆ ਯੂਥ ਅਕਾਲੀ ਦਲ ਵੱਲੋਂ। ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਯੂਥ ਅਕਾਲੀ ਦਲ ਦਾ, ਜਿਨ੍ਹਾਂ ਨੇ ਸਾਨੂੰ ਐਡਾ ਅਹੁਦਾ ਬਖਸ਼ਿਆ ਵਾ। ਤੇ ਅਸੀਂ ਆਪਣੀ ਇਹ ਅਪੀਲ ਕਰਦੇ ਹਾਂ ਕਿ ਅਸੀਂ ਜੋ ਸਾਨੂੰ ਅਹੁਦਾ ਯੂਥ ਅਕਾਲੀ ਦਲ ਨੇ ਬਖਸ਼ਿਆ ਵਾ, ਅਸੀਂ ਉਹਨੂੰ ਪੂਰੇ ਤਹਿ ਦਿਲੋਂ ਪੂਰੀ ਚਟਾਨ ਵਾਂਗ ਅਕਾਲੀ ਦਲ ਦੇ ਨਾਲ ਖੜਾਂਗੇ। ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਅਪੀਲ ਕਰਦੇ ਹਾਂ ਕਿ ਯੂਥ ਅਕਾਲੀ ਦਲ ਹੀ ਆਊਗੀ ਅਗਲੀ ਸਰਕਾਰ, ਤੇ ਅਸੀਂ ਕਾਂਗਰਸ ਸਰਕਾਰ ਦਾ ਮੂੰਹ ਤੋੜ ਜਵਾਬ ਦੇਵਾਂਗੇ। ਅੱਜ ਸਾਡੇ ਰਾਏਕੋਟ ਹਲਕੇ ਦੇ ਜਿਹੜੇ ਸਰਕਲ ਪ੍ਰਧਾਨ ਨੇ, ਸਾਡੇ 5 ਸਰਕਲ ਪ੍ਰਧਾਨ ਨੇ, ਸਾਰਿਆਂ ਨੂੰ ਗੁਰੂ ਮਹਾਰਾਜ ਦੇ ਅਰਦਾਸ ਕਰਕੇ ਵੋਟ ਆਸਰਾ ਲੈ ਕੇ ਅੱਜ ਇਹਨਾਂ ਨੂੰ ਨਵੀਂ ਨਿਯੁਕਤੀਆਂ ਤੇ ਇਹਨਾਂ ਨੂੰ ਸਰੂਪਾ ਬਖਸ਼ਿਸ਼ ਕੀਤੀ ਗਈ ਆ। ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਗਈ ਹੈ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੇ। ਇਹ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਆਪਾਂ ਹੁਣ ਪਾਰਟੀ ਦਾ ਜਿਹੜਾ ਪ੍ਰੋਗਰਾਮ ਆ, ਪਾਰਟੀ ਦੇ ਜਿਹੜੀਆਂ ਨੀਤੀਆਂ ਨੇ ਉਹ ਘਰ ਘਰ ਪਹੁੰਚਾਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਕੰਮ ਕਰਾਂਗੇ। ਲੁਧਿਆਣਾ ਵਿਖੇ ਅੰਬੇਦਕਰ ਜਨ ਕਲਿਆਣ ਮੋਰਚੇ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਵਰਿੰਦਰ ਗਾਗੜ ਦੇ ਵੱਲੋਂ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਦਲਿਤ ਅਧਿਕਾਰ ਬਚਾਓ ਅੰਦੋਲਨ ਦੇ ਮੁਖੀ ਅਰੁਣ ਪੱਟੀ ਦੇ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਨਗਰ ਨਿਗਮ ਦੇ ਦਰਜਾ 4 ਕਰਮਚਾਰੀਆਂ ਨੂੰ ਪੱਕਾ ਕਰਨ ਸੰਬੰਧੀ ਚਰਚਾਵਾਂ ਕੀਤੀਆਂ ਗਈਆਂ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅਰੁਣ ਪੱਟੀ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਅੰਦੋਲਨ ਦੇ ਵੱਲੋਂ ਨਗਰ ਨਿਗਮ ਲੁਧਿਆਣਾ ਜ਼ੋਨ B ਦੇ ਦਫ਼ਤਰ ਦੇ ਬਾਹਰ ਨਗਰ ਨਿਗਮ ਕਮਿਸ਼ਨਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਅੱਜ ਇਸ ਪਵਿੱਤਰ ਬਰਮਾਲਿਆ ਦੇ ਵਿੱਚ ਦਲਿਤ ਅਧਿਕਾਰ ਬਚਾਓ ਅੰਦੋਲਨ ਨੂੰ ਸਮਰਥਨ ਦੇਣਾ ਆਪਣੇ ਇਸ ਸੰਗਠਨ ਵੱਲੋਂ, ਔਰ ਜੋ ਸਾਡੇ ਸਮਾਜ ਦੇ ਵਾਲਮੀਕੀ ਸਮਾਜ ਦੇ ਨਾਲ ਅਤਿਆਚਾਰ ਹੋ ਰਹੇ ਆ, ਮੈਂ ਇਹਨਾਂ ਦਾ ਕੰਮ ਦੇਖਦੇ ਹੋਏ ਮੈਨੂੰ ਮਹਿਸੂਸ ਹੋ ਰਿਹਾ ਬਈ ਇਹ ਸਾਡੇ ਸਮਾਜ ਨੂੰ ਬਹੁਤ ਅੱਗੇ ਤੱਕ ਲਿਜਾਊਗੇ, ਔਰ ਮੈਂ ਪੂਰੇ ਮਨ ਧਨ ਨਾਲ ਇਹਨਾਂ ਦਾ ਸਮਰਥਨ ਕਰਦਾ ਆਪਣੇ ਮੋਰਚੇ ਨੂੰ ਲੈ ਕੇ। ਅੱਜ ਦੀ ਇੱਕ ਮੀਟਿੰਗ ਨਾਲੀ ਮਹੱਲਾ ਵਿਖੇ ਭਗਵਾਨ ਵਾਲਮੀਕੀ ਬਰਮਾਲੇ ਦੇ ਵਿੱਚ ਰੱਖੀ ਗਈ ਹੈ, ਜਿਹੜੀ ਸਾਡੇ ਬਬਲੂ ਨਾਰਿਆ ਜੀ, ਵਰਿੰਦਰ ਗਾਗੜ ਜੀ, ਜਿਹੜੇ ਕਿ ਸਾਡੇ ਦਲਿਤ ਸਮਾਜ ਦੇ ਆਗੂ ਹੈ, ਉਹਨਾਂ ਨੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਅੰਦੋਲਨ ਦਾ ਮਾਣ ਵਧਾਇਆ ਵਾ ਤੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਉਹ ਇਹ ਜਿਹੜੀ ਦਲਿਤ ਅਧਿਕਾਰ ਬਚਾਓ ਅੰਦੋਲਨ ਹੈ, ਜਿਹੜੀ ਮੂਵਮੈਂਟ ਅਸੀਂ ਖੜੀ ਕੀਤੀ ਹੋਈ ਹੈ, ਜਿਹੜੀ ਦਲਿਤ ਸਮਾਜ ਨੂੰ ਦੇ ਹੋ ਰਹੇ ਸ਼ੋਸ਼ਣ ਦੇ ਖਿਲਾਫ ਅਸੀਂ ਖੜੀ ਕੀਤੀ ਹੈ ਵੀ ਕਾਰਪੋਰੇਸ਼ਨ ਦੇ ਵਿੱਚ ਵੀ ਬਹੁਤ ਸ਼ੋਸ਼ਣ ਜਿਹੜਾ ਹੋ ਰਿਹਾ ਵਾ, ਉਹਨਾਂ ਦੇ ਲਈ ਸਾਡੇ ਸਾਰੇ ਜਥੇਬੰਦੀਆਂ ਨੂੰ ਇੱਕ ਕਰਕੇ ਅਸੀਂ ਮੂਵਮੈਂਟ ਦਾ ਨਾਮ ਦਿੱਤਾ ਵਾ ਦਲਿਤ ਅਧਿਕਾਰ ਬਚਾਓ ਅੰਦੋਲਨ, ਤੇ ਜਿਹਦੇ ਕਰਕੇ ਕਿ ਸਾਡੇ ਵਰਿੰਦਰ ਗਾਗੜ ਜੀ ਨੇ ਸ਼ਾਮਲ ਹੋ ਕੇ ਸਾਨੂੰ ਆਸ਼ਵਾਸਨ ਦਿਵਾਇਆ ਵਾ ਕਿ ਇਸ ਮੀਟਿੰਗ ਦੇ ਵਿੱਚ ਔਰ ਇਸ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਉਹ ਹਿੱਸਾ ਲੈਣਗੇ ਤਨਦੇਹੀ ਦੇ ਨਾਲ। ਬੰਗਾਲ ਵਿੱਚ ਮਮਤਾ ਬੈਨਰਜੀ ਦੀ ਜਿੱਤ ਦੀ ਖੁਸ਼ੀ ਪੰਜਾਬ ਦੇ ਵਿੱਚ ਮਨਾਈ ਜਾ ਰਹੀ ਹੈ। ਪੰਜਾਬ ਵਿਕਾਸ ਮੰਚ ਦੇ ਮੈਂਬਰਾਂ ਦੇ ਵੱਲੋਂ ਮਮਤਾ ਬੈਨਰਜੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਮੰਚ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਦੀ ਇਹ ਹਾਰ ਉਸ ਦੇ ਲਈ ਇੱਕ ਸਬਕ ਹੈ। ਪੱਛਮੀ ਬੰਗਾਲ ਦੇ ਵਿੱਚ ਜੋ ਮਮਤਾ ਬੈਨਰਜੀ ਨੇ ਆਪਣੀ ਪਾਰਟੀ ਦੀ ਹੈਟ੍ਰਿਕ ਕੀਤੀ ਹੈ, ਜਿੱਥੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ। ਅੱਜ ਅਸੀਂ ਫੀਲਡਗੰਜ ਵਿਖੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਹੈ ਮਮਤਾ ਬੈਨਰਜੀ ਦੇ ਪਾਰਟੀ ਦੀ ਜਿੱਤਣ ਦੀ ਖੁਸ਼ੀ ਵਿੱਚ। ਜਿੱਥੇ ਮੈਂ ਮਮਤਾ ਬੈਨਰਜੀ ਨੂੰ ਵਧਾਈ ਦਿੰਦਾ ਹਾਂ, ਉੱਥੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ। ਸੂਬੇ ਵਿੱਚ ਲੱਗੇ ਲੋਕਡਾਊਨ ਤੋਂ ਬਾਅਦ ਹੁਣ ਮਜ਼ਦੂਰ ਵਰਗ ਦੇ ਵੱਲੋਂ ਆਪੋ ਆਪਣੇ ਘਰਾਂ ਨੂੰ ਪਰਤਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬੱਸ ਅੱਡੇ ਦੇ ਬਾਹਰ ਖੜੀਆਂ ਬੱਸਾਂ ਨੂੰ ਮਜ਼ਦੂਰਾਂ ਦੇ ਨਾਲ ਭਰਿਆ ਜਾ ਰਿਹਾ ਹੈ। ਬੱਸਾਂ ਦੇ ਵਿੱਚ ਲੋੜ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਬਿਠਾਇਆ ਜਾ ਰਿਹਾ ਹੈ। ਇੱਥੇ ਸਾਫ਼-ਸਾਫ਼ ਕਰੋਨਾ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਬੱਸ ਚਾਲਕਾਂ ਦੇ ਖਿਲਾਫ ਮਜ਼ਦੂਰਾਂ ਦਾ ਗੁੱਸਾ ਫੁੱਟਿਆ। ਦੂਜੇ ਪਾਸੇ ਪ੍ਰਸ਼ਾਸਨ ਵੀ ਇਹਨਾਂ ਮਾਮਲਿਆਂ ਵੱਲ ਕੋਈ ਧਿਆਨ नहीं दे रहा। जबरदस्ती बैठा रहे सर, अगर नहीं बैठ रहा ना तो कह रहा है क्या कि पैसे भी नहीं मिलेगा, सब सारा सामान अंदर ही रहे। 2200 रुपए लिया सर, 2200 रुपए लिया है किसी से। बस में से कम 200 से ऊपर है, 200 से ऊपर है सर। बिहार जाना है जी,
कितने पैसे लिए? हमरे से 2200 रुपये लिए जी। कितने बंदे बैठे बस में? और 250 बंदे होंगे बस में। 200 से ऊपर। और 2 बंदे बोले जो 2 बंदे बैठेंगे, उसमें 6-6 बंदे स्लीपर में घुसा रहे हैं और फिर नीचे में भी बैठा रहे हैं, सारे को नीचे में बैठ जाओ, नहीं बैठे तो जबरदस्ती गाली दे रहे हैं और बैठा रहे हैं जबरदस्ती। प्रशासन से क्या मांग करते हैं? प्रशासन से यही मांग कर रहे हैं जो या मेरे पैसे लौटा दे या फिर मैंने को बिहार छुड़वा दे। ਬੱਸ ਦੇ ਵਿੱਚ 167 ਪਰਸਨ ਸੀਗੇ ਜੀ, ਸਾਰੇ ਹੀ ਵਿਦਆਊਟ ਮਾਸਕ ਸੀ। ਬੱਸ ਵਾਲੇ ਦੇ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਸੀ, ਨਾ ਇੰਸ਼ੋਰੈਂਸ, ਪੋਲੂਸ਼ਨ, ਆਰਸੀ ਪਰਮਿਟ ਵਗੈਰਾ ਕੁਝ ਨਹੀਂ ਸੀ। ਕੋਵਿਡ ਦੇ ਜਿਹੜੇ ਆਪਣੀਆਂ ਇੰਸਟਰਕਸ਼ਨ ਨੇ ਉਹਨਾਂ ਦੀ ਸਰੇਆਮ ਉਲੰਘਣਾ ਸੀ। ਅਸੀਂ ਬੱਸ ਇੰਪਾਊਂਡ ਕਰਤੀ ਆ। ਬਾਕੀ ਜਿਹੜਾ ਇਹਨਾਂ ਦੇ ਯਾਤਰੀਆਂ ਦੇ ਕਿਰਾਏ ਸੰਬੰਧੀ ਕੋਈ ਰੌਲਾ ਪੈ ਰਿਹਾ ਵੀ ਜਾਂ ਮਾਰਕੁੱਟ ਵਗੈਰਾ ਕੀਤੀ, ਉਹ ਚੌਂਕੀ ਇੰਚਾਰਜ ਸਾਹਿਬ ਆ ਰਹੇ ਆ ਇੱਥੇ, ਉਹ ਅੱਗੇ ਕਾਰਵਾਈ ਕਰਨਗੇ। ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਨਿੱਜੀ ਹਸਪਤਾਲ ਤੇ ਅਣਗਹਿਲੀ ਵਰਤਣ ਦੇ ਇਲਜ਼ਾਮ। ਕੋਰੋਨਾ ਪੀੜਤ ਮਹਿਲਾ ਦੀ ਇਲਾਜ ਦੌਰਾਨ ਹੋਈ ਮੌਤ। ਪਰਿਵਾਰ ਦਾ ਦਾਅਵਾ ਆਕਸੀਜਨ ਦੀ ਕਮੀ ਦੇ ਕਾਰਨ ਗਈ ਮਹਿਲਾ ਦੀ ਜਾਨ। ਹਸਪਤਾਲ ਦੇ ਬਾਹਰ ਪਰਿਵਾਰ ਦੇ ਵੱਲੋਂ ਹੰਗਾਮਾ। ਪੁਲਿਸ ਨੇ ਮਾਮਲਾ ਕੀਤਾ ਦਰਜ। ਮਿਨੀ ਲੋਕਡਾਊਨ ਤੋਂ ਪਰੇਸ਼ਾਨ ਹੋਏ ਸ਼ਹਿਰ ਦੇ ਦੁਕਾਨਦਾਰ। ਸਰਕਾਰ ਨੂੰ ਦੁਕਾਨਦਾਰਾਂ ਦੀ ਅਪੀਲ, ਸੰਪੂਰਨ ਲੋਕਡਾਊਨ ਲਗਾਓ ਜਾਂ ਫਿਰ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਦਿਓ ਛੂਟ। 3 ਮਈ ਤੋਂ 15 ਮਈ ਤੱਕ ਰਹੇਗਾ ਸੂਬੇ ਵਿੱਚ ਲੋਕਡਾਊਨ। ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ। ਸੂਬੇ ਵਿੱਚ ਕੋਰੋਨਾ ਦੇ ਵਿਗੜਦੇ ਹਾਲਾਤਾਂ ਤੇ ਅਕਾਲੀ ਦਲ ਦੀ ਮੰਗ। ਬੰਦ ਪਏ ਹਸਪਤਾਲਾਂ ਨੂੰ ਵਰਤੋਂ ਵਿੱਚ ਲਿਆਇਆ ਜਾਵੇ। ਕਪੂਰ ਹਸਪਤਾਲ ਦਾ ਵੀ ਕੀਤਾ ਜ਼ਿਕਰ। ਡੀਸੀ ਦਫ਼ਤਰ ਨੂੰ ਸੌਂਪਿਆ ਮੰਗ ਪੱਤਰ। ਖੇਤਾਂ ਨੂੰ ਅੱਗ ਲੱਗਣ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ। ਪੀੜਿਤ ਕਿਸਾਨਾਂ ਨਾਲ ਅਕਾਲੀ ਆਗੂਆਂ ਨੇ ਕੀਤੀ ਮੁਲਾਕਾਤ। ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ। ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਕੀਤੀ ਮੰਗ। ਰਾਏਕੋਟ ਦੇ ਪਿੰਡ ਸੁਲਤਾਨ ਖਾਨ ਦੇ ਖੇਤਾਂ ਵਿੱਚ ਲੱਗੀ ਸੀ ਅੱਗ। ਅਤੇ ਟਰੈਕਟਰ ਟਰਾਲੀ ਹੇਠਾਂ ਆਉਣ ਦੇ ਨਾਲ 2 ਲੋਕਾਂ ਦੀ ਮੌਤ। ਸ਼ਕਤੀ ਨਗਰ ਨਜ਼ਦੀਕ ਵਾਪਰਿਆ ਹਾਦਸਾ। ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਹੋਇਆ ਫਰਾਰ। ਪੁਲਿਸ ਦੇ ਵੱਲੋਂ ਮਾਮਲਾ ਦਰਜ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਜਾਣਕਾਰੀ ਜਾਂ ਸੁਝਾਅ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in ਤੇ। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।